Hello everyone, this is Sakshi Agarwal from Malerkotla. I welcome you all on Mehnati Bachche. I hope you all are doing well. ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਅਕਤੂਬਰ 2020 ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਾਂਗੇ। ਕੁਝ MCQs ਵੀ ਤੁਹਾਨੂੰ ਮਿਲਣਗੇ ਵੀਡੀਓ ਦੇ ਵਿੱਚ। ਓਕੇ, ਤੁਸੀਂ ਉਹਨਾਂ ਨੂੰ ਅਟੈਂਪਟ ਜ਼ਰੂਰ ਕਰਿਓ ਐਂਡ ਦੇ ਵਿੱਚ ਵੀਡੀਓ ਦੇ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਨੂੰ ਕਿੰਨੇ ਕੁ ਕਰੰਟ ਅਫੇਅਰਸ ਯਾਦ ਹੋਗੇ ਵੀਡੀਓ ਦੇਖਣ ਨਾਲ ਹੀ। ਓਕੇ, ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ। ਇਸ ਤੋਂ ਇਲਾਵਾ ਤੁਸੀਂ ਟੈਸਟ ਸੀਰੀਜ਼ ਵੀ ਖਰੀਦ ਸਕਦੇ ਹੋ। ਡਿਫਰੈਂਟ ਐਗਜ਼ਾਮਸ ਦੇ ਲਈ ਟੈਸਟ ਸੀਰੀਜ਼ ਅਵੇਲੇਬਲ ਹੈ, ਲਾਈਕ PPSC ਪ੍ਰਿੰਸੀਪਲ ਹੈਡਮਾਸਟਰ BPO ਜਾਂ ਫਿਰ ਪੰਜਾਬ PCS ਜਾਂ ਫਿਰ PPSC ਫੰਕਸ਼ਨਲ ਮੈਨੇਜਰ ਐਗਜ਼ਾਮ। ਅਤੇ ਨਾਲ ਹੀ ਤੁਹਾਨੂੰ ਚੈਨਲ ਦੇ ਉੱਪਰ ਡਿਫਰੈਂਟ ਸਬਜੈਕਟਸ ਨਾਲ ਰਿਲੇਟਿਡ ਵੀਡੀਓਜ਼ ਮਿਲ ਜਾਣਗੀਆਂ, ਜਾਂ ਫਿਰ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ www.mehnatibachche.com ਇੱਥੇ ਵੀ ਵਿਜ਼ਿਟ ਕਰ ਸਕਦੇ ਹੋ ਅਤੇ ਉੱਥੇ ਵੀ ਤੁਹਾਨੂੰ ਸਾਰੀ ਵੀਡੀਓਜ਼ ਮਿਲ ਜਾਣਗੀਆਂ। ਓਕੇ, ਸੋ ਸਭ ਤੋਂ ਪਹਿਲਾਂ ਆਪਾਂ MCQs ਦੇਖਦੇ ਹਾਂ, ਉਹ ਤੋਂ ਬਾਅਦ ਆਪਾਂ ਕਰੰਟ ਅਫੇਅਰਸ ਡਿਸਕਸ ਕਰਾਂਗੇ। ਸੋ ਪਹਿਲਾ MCQ ਹੈ, ਵਿਚ ਆਫ ਦ ਫੋਲੋਇੰਗ ਜ਼ੋਨ ਆਫ ਇੰਡੀਅਨ ਰੇਲਵੇਜ਼ ਰੀਸੈਂਟਲੀ ਲਾਂਚਡ ਆਪਰੇਸ਼ਨ ਮਾਈ ਸਹੇਲੀ ਫॉर ਸੇਫਟੀ ਆਫ ਲੇਡੀ ਪੈਸੇਂਜਰਸ। ਇਹਨਾਂ ਵਿੱਚੋਂ ਐਸਾ ਕਿਹੜਾ ਇੰਡੀਅਨ ਰੇਲਵੇਜ਼ ਹੈ ਜਿਨ੍ਹਾਂ ਨੇ ਕਿ ਆਪਰੇਸ਼ਨ ਮਾਈ ਸਹੇਲੀ ਨੂੰ ਲਾਂਚ ਕੀਤਾ। ਓਕੇ, ਤਾਂ ਕਿ ਜਿਹੜੀ ਲੇਡੀ ਪੈਸੇਂਜਰਸ ਹੈ ਉਹਨਾਂ ਦੀ ਸੇਫਟੀ ਕੀਤੀ ਜਾ ਸਕੇ। ਸੋ ਸੈਕਿੰਡ ਕੁਐਸਚਨ ਦੇਖਦੇ ਹਾਂ। ਓਕੇ, ਜਿਹੜੇ ਕੁਐਸਚਨਸ ਇਹਦੇ ਆਨਸਰਸ ਨਾ ਆਪਾਂ ਐਂਡ 'ਚ ਡਿਸਕਸ ਕਰਾਂਗੇ ਕਰੰਟ ਅਫੇਅਰ ਡਿਸਕਸ ਕਰਨ ਤੋਂ ਬਾਅਦ। ਸੈਕਿੰਡ ਹੈ, ਵਿਚ ਆਫ ਦ ਫੋਲੋਇੰਗ ਬੈਂਕ ਹੈਜ਼ ਲਾਂਚ ਅ ਗ੍ਰੀਨ ਇਨੀਸ਼ੀਏਟਿਵ IBE ਨੋਟ ਦੈਟ ਇਨੇਬਲਸ ਅ ਟੋਟਲੀ ਪੇਪਰਲੈਸ ਵਰਕਿੰਗ ਇਨਵਾਇਰਮੈਂਟ। Third is, which of the following country will send out the world's first mining robot into space by November this year? Next is, what is the length of the world's longest highway tunnel, Atal Tunnel? Next, which of the following city has been ranked number 1 in crime against women according to National Crime Records Bureau? So next, which of the following organization has decided to launch a refinance scheme for water sanitization and hygiene, that is WASH program? Next is, World's Teacher Day is observed every year on. Then India has recently agreed to operationalization of Sitwe port based in. Next is, in October 2020, the foreign ministers of Quad, that is India, USA, Japan, Australia, meet in. Then Center for Development of Advanced Computing, that is CDAC, will commission India's fastest supercomputer named as. Okay, so ਹੁਣ ਇੱਕ ਇੱਕ ਕਰਕੇ ਆਪਾਂ ਪਹਿਲਾਂ ਕਰੰਟ ਅਫੇਅਰ ਦੇਖਦੇ ਹਾਂ, ਫਿਰ ਇਹ ਕੁਐਸਚਨਸ ਦੇ ਆਨਸਰ ਦੇਖਾਂਗੇ। ਸੋ ਸਭ ਤੋਂ ਪਹਿਲਾ ਕਰੰਟ ਅਫੇਅਰ ਹੈ, ਇੰਡੀਆ ਐਸਟੈਬਲਿਸ਼ ਏਅਰ ਬਬਲ ਅਰੇਂਜਮੈਂਟ ਵਿਦ ਕੀਨੀਆ ਐਂਡ ਭੂਟਾਨ। ਤੁਹਾਨੂੰ ਸਿੱਧਾ ਕਰੰਟ ਅਫੇਅਰ ਐਗਜ਼ਾਮ 'ਚ ਆ ਸਕਦਾ ਹੈ ਕਿ ਇੰਡੀਆ ਨੇ ਰੀਸੈਂਟਲੀ ਏਅਰ ਬਬਲ ਅਰੇਂਜ ਕੀਤਾ ਸੀ ਕਿਹੜੀ ਕੰਟਰੀਜ਼ ਦੇ ਨਾਲ। ਕੀਨੀਆ ਅਤੇ ਭੂਟਾਨ ਦਾ ਨਾਮ ਯਾਦ ਰੱਖਿਓ। ਹੁਣ ਆਪਾਂ ਦੇਖਦੇ ਹਾਂ ਕਿ ਏਅਰ ਬਬਲ ਹੈ ਕੀ। Air bubble is the term coined during COVID-19 times. These are temporary arrangements between two countries aimed at restarting commercial passenger services when regular international flights are suspended as a result of COVID-19 pandemic. ਬੇਸਿਕਲੀ ਜਿਹੜਾ ਏਅਰ ਬਬਲ ਟਰਮ ਹੈ ਉਹ COVID-19 ਦੇ ਟਾਈਮ 'ਤੇ ਨਿਕਲ ਕੇ ਆਈ ਹੈ। ਇਹਦੇ ਵਿੱਚ ਕੀ ਹੈ, ਇਹ ਬੇਸਿਕਲੀ ਟੈਂਪਰੇਰੀ ਅਰੇਂਜਮੈਂਟਸ ਹੈ ਜਿਹੜੀ ਕਿ ਦੋ ਕੰਟਰੀਜ਼ ਦੇ ਵਿੱਚ ਆਪਸ 'ਚ ਕੀਤੇ ਜਾਂਦੇ ਆ ਤਾਂ ਕਿ ਰੀਸਟਾਰਟ ਕੀਤਾ ਜਾਵੇ ਕਮਰਸ਼ੀਅਲ ਪੈਸੇਂਜਰ ਸਰਵਿਸਿਜ਼ ਨੂੰ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਰੈਗੂਲਰ ਇੰਟਰਨੈਸ਼ਨਲ ਫਲਾਈਟਸ ਆ ਉਹ ਸਸਪੈਂਡ ਕੀਤੇ ਹੋਈਆਂ COVID-19 ਸਿਚੁਏਸ਼ਨ ਕਾਰਨ, ਪਰ ਐਮਰਜੈਂਸੀ ਕਈ ਵਾਰ ਜਾਣਾ ਪੈ ਜਾਂਦਾ, ਠੀਕ ਹੈ, ਡਿਫਰੈਂਟ ਕੰਟਰੀਜ਼ ਦੇ ਵਿੱਚ। ਸੋ ਇਸ ਲਈ ਉਹਦੇ ਲਈ ਟਰਮ ਕਿਹੜੀ ਨਿਕਲ ਕੇ ਆਈ ਹੈ, ਏਅਰ ਬਬਲ। Now Indian carriers will be able to operate to these countries and carriers of these countries will able to fly in to India. ਹੁਣ ਦੇਖੋ ਏਅਰ ਬਬਲ ਅਰੇਂਜਮੈਂਟ ਨਾਲ ਕੀ ਹੋਇਆ, ਜਿਵੇਂ ਸਪੋਜ਼ ਇੱਕ ਸਾਈਡ 'ਤੇ ਇੰਡੀਆ, ਇੱਕ ਸਾਈਡ 'ਤੇ ਕੀਨੀਆ ਜਾਂ ਭੂਟਾਨ ਜੋ ਕੋਈ ਕੰਟਰੀ ਹੈ। ਹੁਣ ਇਹ ਅਰੇਂਜਮੈਂਟ ਨਾਲ ਕੀ ਹੋਇਆ ਕਿ ਜਿਹੜੇ ਇੰਡੀਅਨ ਕੈਰੀਅਰਸ ਹੈ, ਠੀਕ ਹੈ, ਉਹ ਇੱਧਰ ਫਲਾਈ ਕਰ ਪਾਉਣਗੇ ਕੀਨੀਆ ਜਾਂ ਭੂਟਾਨ ਦੀ ਤਰਫ ਅਗਰ ਐਮਰਜੈਂਸੀ ਸਿਚੁਏਸ਼ਨ ਦੀ ਜ਼ਰੂਰਤ ਪੈਂਦੀ ਹੈ ਜਾਣ ਦੀ ਉੱਧਰ, ਠੀਕ ਹੈ। ਸਿਮਿਲਰਲੀ ਕੀਨੀਆ ਜਾਂ ਭੂਟਾਨ ਦੇ ਜਿਹੜੇ ਕੈਰੀਅਰਸ ਹੈ ਉਹ ਇੰਡੀਆ 'ਚ ਫਲਾਈ ਕਰ ਪਾਉਣਗੇ। ਓਕੇ, ਉਹ ਤੋਂ ਬਾਅਦ ਨੈਕਸਟ ਸੈਕਿੰਡ ਹੈ, ਇਲੈਕਸ਼ਨਸ ਇਨ ਬਿਹਾਰ ਨੋਟੀਫਿਕੇਸ਼ਨ ਇਸ਼ੂਡ ਫॉर ਫਸਟ ਫੇਜ਼ ਆਫ ਅਸੈਂਬਲੀ। ਕਈ ਵਾਰ ਨਾ ਡਿਫਰੈਂਟ ਐਗਜ਼ਾਮਸ 'ਚ ਦੇਖਿਆ ਗਿਆ ਹੈ, ਅਗਰ ਇਲੈਕਸ਼ਨ ਹੋਣੇ ਆ ਨਾ ਕਿਸੇ ਸਟੇਟ 'ਚ, ਕੁਐਸਚਨ ਆ ਜਾਂਦਾ ਹੈ ਕਿ ਰੀਸੈਂਟਲੀ ਕਿਹੜੀ ਸਟੇਟ ਦੇ ਵਿੱਚ ਇਲੈਕਸ਼ਨਸ ਹੋ ਰਹੇ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਹੋ ਰਹੇ ਇਲੈਕਸ਼ਨਸ, ਬਿਹਾਰ ਦੇ ਵਿੱਚ। ਵਿਦ ਦਿਸ ਦ ਇਲੈਕਸ਼ਨ ਪ੍ਰੋਸੈਸ ਆਫ ਨੋਮੀਨੇਸ਼ਨ ਆਫ ਕੈਂਡੀਡੇਟਸ ਹੈਜ਼ ਸਟਾਰਟਡ ਡਿਊਰਿੰਗ ਦ ਫਸਟ ਫੇਜ਼ ਆਫ ਅਸੈਂਬਲੀ ਇਲੈਕਸ਼ਨ। ਪੋਲਿੰਗ ਵੁੱਡ ਬੀ ਹੈਲਡ ਔਨ 28th of October in 71 assembly constituencies spread over 16 districts. ठीक है, किन्नियां कॉन्स्टिट्यूएंसीज ਲਈ ਹੋ ਰਿਹਾ 71।
In view of COVID-19 pandemic, the Election Commission has, for the first time, given the option of online filling of nomination papers to the candidate. COVID-19 pandemic situation ਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਨੇ ਐਸਾ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਕੈਂਡੀਡੇਟਸ हैं ਉਹਨਾਂ ਨੂੰ ਨੋਮੀਨੇਸ਼ਨ ਪੇਪਰ ਆਨਲਾਈਨ ਫਿਲ ਕਰਨ ਦੀ ਵੀ ਆਪਸ਼ਨ ਦਿੱਤੀ ਹੈ। Bihar Assembly election would be held in 3 phases for 243 constituencies. So next देखो Indian Bank ने launch किया है Green Tech Initiative जिसका नाम क्या है IB E-Note। ਸਿੱਧਾ ਆ ਜਾਊਗਾ ਵੀ ਕਿਹੜਾ ਬੈਂਕ ਹੈ ਜਿਨ੍ਹਾਂ ਨੇ IB E-Note ਨੂੰ ਲਾਂਚ ਕੀਤਾ ਹੈ ਤੇ ਹੈ ਕੀ ਚੀਜ਼ ਇਹ ਵੀ ਪਤਾ ਹੋਣਾ ਚਾਹੀਦਾ ਹੈ। ਓਕੇ ਆਈ ਥਿੰਕ MCQs 'ਚ ਇਹਦੇ ਨਾਲ ਕੁਐਸਚਨ ਰਿਲੇਟਡ ਹੈਗਾ ਇੱਕ। ਸੋ ਇੰਡੀਅਨ ਬੈਂਕ ਨੇ IB E-Note ਇਨੀਸ਼ੀਏਟਿਵ ਲਾਂਚ ਕੀਤਾ ਹੈ। ਕੀ ਚੀਜ਼ ਹੈ ਇਹ ਬੇਸਿਕਲੀ ਹੈਲਪ ਕਰੂਗਾ ਟੋਟਲੀ ਪੇਪਰਲੈਸ ਵਰਕਿੰਗ ਇਨਵਾਇਰਮੈਂਟ ਕ੍ਰੀਏਟ ਕਰਨ ਦੇ ਵਿੱਚ। ਠੀਕ ਹੈ ਜਿਹੜਾ IB E-Note ਹੈ ਇੱਕ ਤਰੀਕੇ ਦਾ ਟੂਲ ਹੈ ਜਿਹੜਾ ਕਿ ਇਨੇਬਲ ਕਰੂਗਾ ਕਿ ਜਿਹੜੀ ਪ੍ਰੋਸੈਸਿੰਗ ਤੇ ਟਰੈਕਿੰਗ ਹੈ ਨੋਟਸ ਦੀ ਠੀਕ ਹੈ ਉਹ ਡਿਜੀਟਲੀ ਹੋ ਸਕੇ। ਸੋ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਜਿਹੜਾ ਟਾਈਮ ਹੈ ਕੰਜ਼ਿਊਮ ਹੁੰਦਾ ਉਹ ਵੀ ਘਟੂਗਾ ਤੇ ਨਾਲ ਹੀ ਜਿਹੜੀ ਕਾਸਟ ਹੈ ਪੇਪਰ ਦੇ ਉੱਪਰ ਪ੍ਰਿੰਟਿੰਗ ਦੇ ਉੱਪਰ ਜਾਂ ਅਦਰ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਉਹ ਵੀ ਰਿਡਿਊਸ ਹੋਣਗੇ। ਇਹਦੇ ਲਈ ਜਿਹੜਾ ਬੈਂਕ ਹੈ ਉਹਨਾਂ ਨੇ ਇੱਕ ਸ਼ੇਅਰ ਪੁਆਇੰਟ ਵੀ ਕਸਟਮਾਈਜ਼ ਕੀਤਾ ਜਿਹੜਾ ਕਿ ਇੱਕ ਟੂਲ ਹੈ ਮਾਈਕਰੋਸਾਫਟ ਆਫਿਸ ਦਾ। ਓਕੇ ਦ ਬੈਂਕ ਆਲਸੋ ਲਾਂਚਡ IND Guru ਐਨ E-Learning ਪਲੈਟਫਾਰਮ ਫॉर ਇਟਸ EMPLOYEES ਤੇ ਜਿਹੜਾ ਬੈਂਕ ਹੈ ਉਹਨੇ IND Guru ਜੋ ਕਿ ਇੱਕ E-Learning ਪਲੈਟਫਾਰਮ ਹੈ ਆਪਣੇ EMPLOYEES ਲਈ ਉਹ ਵੀ ਲਾਂਚ ਕੀਤੀ ਹੈ। ਓਕੇ ਸੋ ਨੈਕਸਟ ਦੇਖੋ ਕਰੰਟ ਅਫੇਅਰ ਕਿਰਨ ਰਿਜੂ ਲਾਂਚਿਸ ਨਿਊ ਲੋਗੋ ਆਫ ਸਪੋਰਟਸ ਅਥਾਰਟੀ ਆਫ ਇੰਡੀਆ। ਸਪੋਰਟ ਅਥਾਰਟੀ ਆਫ ਇੰਡੀਆ ਦਾ ਨਿਊ ਲੋਗੋ ਨੂੰ ਲਾਂਚ ਕੀਤਾ ਗਿਆ ਹੈ ਤੇ ਕਿਹਨਾਂ ਨੇ ਕੀਤਾ ਕਿਰਨ ਰਿਜਿਜੂ ਜੋ ਕਿ ਕੀ ਨੇ ਆਪਣੇ ਸਪੋਰਟਸ ਮਿਨਿਸਟਰ ਨੇ। ਓਕੇ ਸੋ ਤੇ ਕਿੱਥੇ ਇਹਨਾਂ ਨੇ ਲਾਂਚ ਕੀਤਾ ਹੈ ਜਿਹੜਾ ਨਿਊ ਲੋਗੋ ਹੈ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਦੇ ਵਿੱਚ। SAI that is Sport Authority of India has been the pivot of the sports ecosystem in the country since its establishment in 1982 okay and has been instrumental in identifying and developing grassroots talents across the country. The new logo signifies SAI's journey of metamorphosis from identifying and nurturing grassroots level sporting talent to creating sporting excellence in the country. मेन बस तुसीं ये याद रखना है कि किहदा न्यू लोगो लॉन्च किया गया है SAI ਦਾ ठीक है किन्ना ने किया ते कित्थे किया है। उस तो बाद थोड़ा SAI ਦੇ ਬਾਰੇ ਆ बेसिक फैक्ट याद रखियो कि कदों एस्टैबलिश होया 1982 ਦੇ ਵਿੱਚ। ਇਹਦਾ ਕੰਮ ਕੀ ਹੈ कि स्पोर्ट इकोसिस्टम बनाना कंट्री ਦੇ ਵਿੱਚ ओके ਤੇ आइडेंटिफाई करना टैलेंट ਨੂੰ। उस तो बाद नैक्सट वर्ल्ड्स फर्स्ट एस्ट्रॉयड माइनिंग रोबोट इन स्पेस इनटू स्पेस चाइना टू सैंड इन नवंबर। ਹੁਣ ਇਹਦੇ ਵਿੱਚ डायरैक्ट क्वेश्चन बन ਜਾਂਦਾ है कि वर्ल्ड का ਜਿਹੜਾ फर्स्ट एस्ट्रॉयड माइनिंग रोबोट है स्पेस ਦੇ ਵਿੱਚ ਉਹ ਕਿਹੜੀ कंट्री ਸੈਂਡ ਕਰ ਰਹੀ ਹੈ ਚਾਈਨਾ। ਇਹ ਹੈਗਾ ਵੀ MCQ। ਓਕੇ ਸੋ ਚਾਈਨਾ ਵਿਲ ਸੈਂਡ ਆਊਟ ਵਰਲਡਸ ਫਰਸਟ ਮਾਈਨਿੰਗ ਰੋਬੋਟ ਇਨਟੂ ਸਪੇਸ ਬਾਈ ਨਵੰਬਰ ਦਿਸ ਈਅਰ। ਅ ਪ੍ਰਾਈਵੇਟ ਬੀਜਿੰਗ ਕੰਪਨੀ ਦੈਟ ਇਜ਼ ਔਰੀਜਨ ਸਪੇਸ ਇਹਦਾ ਨਾਮ ਯਾਦ ਰੱਖਿਓ ਵੀ ਕਿਹੜੀ ਕੰਟਰੀ ਹੈ ਔਰੀਜਨ ਸਪੇਸ ਵਿਲ ਸੈਂਡ ਆਊਟ ਦ ਵਰਲਡਸ ਫਰਸਟ ਮਾਈਨਿੰਗ ਰੋਬੋਟ termed as asteroid mining robot into space by November 2020. The robot will however not to do any actual mining. The mission will be preliminary assessment of asteroid mining robots' capability of identifying and extracting valuable resources aimed at eventual mining of asteroid. Okay, then next देखो Mumbai ranks second after Delhi in crimes against women reveals NCRB data. According to NCRB that is National Crime Records Bureau data ਜਿਹੜਾ ਦਿੱਲੀ ਹੈ ਉਹ ਫਸਟ ਨੰਬਰ 'ਤੇ ਆਉਂਦਾ ਹੈ। ਸੈਕਿੰਡ 'ਤੇ ਕਿਹੜਾ ਹੈ ਮੁੰਬਈ ਅਗਰ ਆਪਾਂ ਕ੍ਰਾਈਮਸ ਦੇਖੀਏ ਜੋ ਵਿਮਨ ਦੇ ਅਗੇਂਸਟ ਹੁੰਦੇ ਆ ਉਹਦੇ ਵਿੱਚ। ਓਕੇ ਅਕੋਰਡਿੰਗ ਟੂ ਲੇਟੈਸਟ ਡਾਟਾ ਰਿਲੀਜ਼ਡ ਬਾਈ NCRB ਮੁੰਬਈ ਰਿਕਾਰਡ 6519 cases after national capital Delhi at 12,902 cases during the year 2019। ਬਸ ਇਹਦੇ ਵਿੱਚ ਤੁਹਾਨੂੰ ਨੰਬਰ ਆਫ ਕੇਸਿਸ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਬਸ ਇਹ ਪਤਾ ਹੋਣਾ ਚਾਹੀਦਾ ਕਿ ਫਸਟ ਰੈਂਕ ਇਹਦਾ ਦਿੱਲੀ ਦਾ ਸੈਕਿੰਡ ਹੈ ਮੁੰਬਈ। ਓਕੇ then next current affair है South Eastern Railway launches operation My Saheli for safety of lady passengers। ਹੁਣ ਇਹਦੇ ਵਿੱਚ ਕੀ ਚੀਜ਼ ਇੰਪੋਰਟੈਂਟ ਹੈ ਕਿ ਕਿਹੜੇ ਰੇਲਵੇਜ਼ ਨੇ ਲਾਂਚ ਕੀਤਾ ਹੈ ਆਪਰੇਸ਼ਨ ਮਾਈ ਸਹੇਲੀ ਸਾਊਥ ਈਸਟਰਨ ਰੇਲਵੇ ਨੇ। ਓਕੇ ਕਾਹਦੇ ਲਈ ਕੀਤਾ ਤਾਂ ਕਿ ਜਿਹੜੀ ਲੇਡੀ ਪੈਸੇਂਜਰਸ ਹੈ ਉਹਨਾਂ ਦੀ ਸੇਫਟੀ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ। ਓਕੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਟ੍ਰੇਨਸ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਰਾਸਮੈਂਟ ਹੋ ਜਾਂਦੀ ਹੈ ਗਰਲਸ ਦੇ ਨਾਲ। ਸੋ ਉਹ ਚੀਜ਼ਾਂ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ। ਓਕੇ ਉਹਦੇ ਲਈ ਆਪਰੇਸ਼ਨ ਮਾਈ ਸਹੇਲੀ ਨੂੰ ਲਾਂਚ ਕੀਤਾ ਗਿਆ। ਸੋ ਦ ਸਾਊਥ ਈਸਟਰਨ ਰੇਲਵੇਜ਼ ਹੈਜ਼ ਲਾਂਚ ਦ
project Operation My Saheli to enhance the security of women passengers in train throughout the entire journey from originating point to their destination। मतलब origin तो लैके जब तक वो अपनी destination ते पहुँच नहीं जाते उतों तक पूरा ਜਿਹੜੀ ਇਹ ऑपरेशन माही सहेली है प्रोजेक्ट उन्हों का हैल्प करूगी विमेन की। अंडर दिस अ टीम ऑफ विमेन सब इंस्पैक्टर्स brief the women passengers on the safety precautions and providing emergency contact numbers। ਇਹਦੇ ਵਿੱਚ ਬੇਸਿਕਲੀ ਕੀਤਾ ਕਿ ਜਾਊਗਾ ਕਿ ਜਿਹੜੀ ਵਿਮਨ ਸਬ ਇੰਸਪੈਕਟਰਸ ਹੈ ਉਹ ਵਿਮਨ ਪੈਸੇਂਜਰਸ ਨੂੰ ਇੱਕ ਤਾਂ ਪੂਰੇ ਪ੍ਰੀਕਾਸ਼ਨ ਦੱਸਣਗੇ ਕਿ ਕੀ ਤੁਸੀਂ ਸੇਫਟੀ ਪ੍ਰੀਕਾਸ਼ਨਸ ਰੱਖ ਸਕਦੇ ਹੋ ਅਤੇ ਨਾਲ ਹੀ ਉਹਨਾਂ ਨੂੰ ਐਮਰਜੈਂਸੀ ਕੰਟੈਕਟ ਨੰਬਰ ਵੀ ਪ੍ਰੋਵਾਈਡ ਕੀਤੇ ਜਾਣਗੇ। ਦ ਟੀਮ ਵਿਲ ਕਲੈਕਟ ਦ ਇਨਫੋਰਮੇਸ਼ਨ ਸਚ ਐਜ਼ ਸੀਟ ਨੰਬਰ contact information of women passengers and will remain in contact throughout the journey। ਤੇ ਜਿਹੜੀ ਟੀਮ ਹੈ ਉਹ ਸੀਟ ਨੰਬਰ ਕੰਟੈਕਟ ਇਨਫੋਰਮੇਸ਼ਨ ਪੂਰੀ ਦੇਖ ਕੇ ਰੱਖੂਗੀ ਵਿਮਨ ਪੈਸੇਂਜਰਸ ਦੀ ਅਤੇ ਥਰੂ ਆਊਟ ਜਰਨੀ ਉਹਨਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ। ਬਹੁਤ ਅੱਛਾ ਇਨੀਸ਼ੀਏਟਿਵ ਹੈ। ਉਹ ਤੋਂ ਬਾਅਦ ਨੈਕਸਟ ਹੈ ਅਰਜੁਨ ਮੁੰਡਾ ਲਾਂਚ ਲਾਰਜੈਸਟ ਮਾਰਕੀਟ ਆਫ ਟਰਾਈਬਲ ਪ੍ਰੋਡਕਟਸ ਦੈਟ ਇਜ਼ ਟਰਾਈਬਸ ਇੰਡੀਆ ਈ ਮਾਰਕੀਟ ਪਲੇਸ। ਸੋ ਮਿਸਟਰ ਅਰਜੁਨ ਮੁੰਡਾ ਕੌਣ ਹੈ? ਮਿਨਿਸਟਰ ਆਫ ਟਰਾਈਬਲ ਅਫੇਅਰਸ। ਇਹਨਾਂ ਨੇ ਲਾਂਚ ਕੀਤੀ ਹੈ ਇੰਡੀਆ ਦੀ ਲਾਰਜੈਸਟ ਹੈਂਡੀਕ੍ਰਾਫਟ ਅਤੇ ਆਰਗੈਨਿਕ ਪ੍ਰੋਡਕਟ ਮਾਰਕੀਟ ਪਲੇਸ ਜਿਹਦਾ ਨਾਮ ਕੀ ਹੈ? ਟਰਾਈਬਸ ਇੰਡੀਆ ਈ ਮਾਰਕੀਟ ਪਲੇਸ। ਠੀਕ ਹੈ, ਕਿਹੜੇ ਮੌਕੇ 'ਤੇ ਇਹਨੂੰ ਲਾਂਚ ਕੀਤਾ ਗਿਆ? ਗਾਂਧੀ ਜਯੰਤੀ ਦੇ ਓਕੇਜ਼ਨ ਦੇ ਉੱਪਰ। ਦਿਸ path breaking initiative of TriFed will showcase the produce and handicrafts of tribal enterprises from across the country। It will help them market their products directly। okay, basically ਕੀ ਹੈ ਕਿ ਜਿਹੜੇ ਟਰਾਈਬਲ ਲੋਕ ਨੇ ਜਿਹੜੇ ਪ੍ਰੋਡਕਟਸ ਉਹ ਕ੍ਰੀਏਟ ਕਰਦੇ ਨੇ, ਠੀਕ ਹੈ, ਉਹ ਪ੍ਰੋਡਕਟਸ ਪ੍ਰੋਪਰ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਵਿਕ ਸਕਣ, ਉਹਦੇ ਲਈ ਇਹ ਇਨੀਸ਼ੀਏਟਿਵ ਕੀਤਾ ਗਿਆ। ਸੋ ਉਹਦੇ ਲਈ ਜਿਹੜੇ ਮਾਰਕੀਟ ਪਲੇਸ ਆ ਉਹਨੂੰ ਲਾਂਚ ਕੀਤਾ ਗਿਆ। ਉਹ ਤੋਂ ਬਾਅਦ ਨੈਕਸਟ ਦੇਖੋ ਗਜੇਂਦਰ ਸਿੰਘ ਸ਼ੇਖਾਵਤ gives away Swachh Bharat Awards 2020। ਓਕੇ, ਬੇਸਿਕਲੀ ਇਹ ਕਰੰਟ ਅਫੇਅਰ ਦੇ ਵਿੱਚ ਸਵੱਛ ਭਾਰਤ ਅਵਾਰਡਸ ਦੀ ਗੱਲ ਕੀਤੀ ਗਈ ਹੈ। ਸਵੱਛ ਭਾਰਤ ਅਵਾਰਡ 2020 were given to state, district, blocks, village panchayats by Union Jal Shakti Minister Gajendra Singh Shekhawat। The awards were given particularly under drinking water and cleanliness categories। ਦੋ ਕੈਟੇਗਰੀਜ਼ ਦੇ ਵਿੱਚ ਅਵਾਰਡ ਦਿੱਤੇ ਗਏ ਹਨ, ਡਰਿੰਕਿੰਗ ਵਾਟਰ ਐਂਡ ਕਲੀਨਲੀਨੈਸ ਕੈਟੇਗਰੀਜ਼। ਓਕੇ, ਅੰਡਰ ਸਵੱਛ ਸੁੰਦਰ ਸਮੁਦਾਇਕ शौचालय कैटेगरी। फर्स्ट केड़ी कैटेगरी है? स्वच्छ सुंदर समुदायक शौचालय कैटेगरी। गुजरात जो है उन्हें फर्स्ट पोजीशन हासिल की है, ठीक है, स्टेट लैवल ते। वेयर एज तिरुनवेली जो कि तमिलनाडु दे विच है उन्होंने अवार्ड मिले फॉर क्लीनीनैस एट डिस्ट्रिक्ट लैवल। कि अगर आप डिस्ट्रिक्ट लैवल की गल करिए तो किनों अवार्ड मिले? तिरुनवेली नूं। ओके, तो अगर आप स्टेट लैवल की गल करिए तो गुजरात नूं। किहदे अंडर? स्वच्छ सुंदर समुदायक शौचालय कैटेगरी। और तो बाद सैकेंड देखो, अगर आप समुदायक शौचालय अभियान की गल करिए तो ये गुजरात ते उत्तर प्रदेश नूं बेस्ट परफॉर्मिंग स्टेट्स की कैटेगरी दे विच रखा गया, अवार्ड दिता गया। यानी कि वेयर एज प्रयागराज एंड बरेली नूं रखा गया फॉर बीइंग द बेस्ट परफॉर्मिंग डिस्ट्रिक्ट्स। ओके, दैन थर्ड है गंदगी मुक्त भारत मिशन। थर्ड मिशन है गंदगी मुक्त भारत मिशन। ਇਹਦੇ ਵਿੱਚ ਹਰਿਆਣਾ ਐਂਡ ਤੇਲੰਗਾਨਾ ਨੂੰ ਅਵਾਰਡ ਦਿੱਤਾ ਗਿਆ ਟੌਪ ਦੇ ਵਿੱਚ। ਓਕੇ, ਸੋ ਇਹਦੇ ਵਿੱਚ 3 ਕੈਟੇਗਰੀਜ਼ ਹੈ, ਸਵੱਛ ਸੁੰਦਰ ਸਮੁਦਾਇਕ ਸ਼ੌਚਾਲਯ ਕੈਟੇਗਰੀ, ਉਹਦੇ ਵਿੱਚ ਗੁਜਰਾਤ ਨੂੰ ਮਿਲਿਆ ਸਟੇਟ ਲੈਵਲ 'ਤੇ, ਅਤੇ ਤਮਿਲਨਾਡੂ ਦੇ ਵਿੱਚ ਜਿਹੜੀ ਤਿਰੂਨਵੇਲੀ ਹੈ ਉਹਨੂੰ ਮਿਲਿਆ ਡਿਸਟ੍ਰਿਕਟ ਲੈਵਲ 'ਤੇ। ਉਹ ਤੋਂ ਬਾਅਦ ਸੈਕਿੰਡ ਹੈ ਸਮੁਦਾਇਕ ਸ਼ੌਚਾਲਯ ਅਭਿਆਨ। ਇਹਦੇ ਵਿੱਚ ਗੁਜਰਾਤ ਅਤੇ ਉੱਤਰ ਪ੍ਰਦੇਸ਼ ਨੂੰ ਮਿਲਿਆ ਸਟੇਟ ਲੈਵਲ 'ਤੇ, ਅਤੇ ਪ੍ਰਯਾਗਰਾਜ ਅਤੇ ਬਰੇਲੀ ਨੂੰ ਮਿਲਿਆ ਡਿਸਟ੍ਰਿਕਟ ਲੈਵਲ 'ਤੇ। ਥਰਡ ਹੈ ਗੰਦਗੀ ਮੁਕਤ ਭਾਰਤ ਮਿਸ਼ਨ। ਇਹਦੇ ਵਿੱਚ ਹਰਿਆਣਾ ਅਤੇ ਤੇਲੰਗਾਨਾ ਨੂੰ ਟੌਪ ਸਲੋਟ 'ਚ ਰੱਖਿਆ ਗਿਆ। ਓਕੇ, ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਅਟਲ ਟਨਲ। ਅਟਲ ਟਨਲ ਵਰਲਡ ਦੀ ਲੌਂਗੈਸਟ ਹਾਈਵੇ ਟਨਲ ਹੈ। ਹੁਣ ਇਹਦੇ ਬਾਰੇ ਕੁਝ ਇੰਪੋਰਟੈਂਟ ਪੁਆਇੰਟਸ ਦੇਖਦੇ ਹਾਂ। ਸਭ ਤੋਂ ਪਹਿਲਾਂ ਸ਼੍ਰੀ ਨਰਿੰਦਰ ਮੋਦੀ ਜੋ ਕਿ ਆਪਣੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਇਹਦਾ ਉਦਘਾਟਨ ਕੀਤਾ, ਠੀਕ ਹੈ, ਐਟ ਇਟ ਸਾਊਥ ਪੋਰਟਲ ਮਨਾਲੀ ਦੇ ਵਿੱਚ। ਅਗਰ ਆਪਾਂ ਇਹਦੀ ਲੈਂਥ ਦੀ ਗੱਲ ਕਰੀਏ ਤਾਂ ਕਿੰਨੀ ਹੈ? 9.02 ਕਿਲੋਮੀਟਰ। ਅਤੇ ਇਹ ਕਨੈਕਟ ਕਿਹਨੂੰ ਕਰਦੀ ਹੈ? ਮਨਾਲੀ ਨੂੰ ਲਾਹੌਲ ਸਪੀਤੀ ਵੈਲੀ ਦੇ ਨਾਲ। ਸੋ ਤੁਸੀਂ ਉਰੇ ਦੇਖ ਸਕਦੇ ਹੋ ਰੋਹਤਾਂਗ ਟਨਲ ਵੀ ਬੋਲਦੇ ਆ ਇਹਨੂੰ, ਅਟਲ ਟਨਲ ਵੀ ਬੋਲਦੇ ਆ, ਅਤੇ ਮਨਾਲੀ ਨੂੰ ਕਨੈਕਟ ਕਰਦੀ ਹੈ। ਓਕੇ, ਕਿਹਦੇ ਨਾਲ? ਲਾਹੌਲ ਸਪੀਤੀ ਵੈਲੀ ਦੇ ਨਾਲ। ਉਹ ਤੋਂ ਬਾਅਦ ਜਿਹੜੀ ਟਨਲ ਹੈ ਉਹਨੂੰ ਅਲਟਰਾ ਮਾਡਰਨ ਸਪੈਸੀਫਿਕੇਸ਼ਨਸ ਨਾਲ ਬਣਾਇਆ ਗਿਆ ਹੈ ਹਿਮਾਲਿਆਜ਼ ਦੀ ਪੀਰ ਪੰਜਲ ਰੇਂਜ ਦੇ ਵਿੱਚ। ਅਗਰ ਆਪਾਂ ਐਲਟੀਟਿਊਡ ਦੀ ਗੱਲ ਕਰੀਏ ਕਿ ਕਿੰਨੀ ਹਾਈਟ 'ਤੇ ਹੈ ਇਹ? 3000 ਮੀਟਰਸ। ਓਕੇ, ਦ ਟਨਲ ਰਿਡਿਊਸ ਰੋਡ ਡਿਸਟੈਂਸ ਬਾਈ 46 ਕਿਲੋਮੀਟਰ ਬਿਟਵੀਨ ਮਨਾਲੀ ਐਂਡ ਲੇਹ।
ले तो अगर किसी ने मनाली जाना है तो ਉਹਦੇ ਨਾਲ ਜਿਹੜਾ ਡਿਸਟੈਂਸ ਹੈ ਇਹ ਟਨਲ ਦੀ ਹੈਲਪ ਦੇ ਨਾਲ ਉਹ ਕਿੰਨਾ ਰਿਡਿਊਸ ਹੋ ਗਿਆ 46 ਕਿਲੋਮੀਟਰਸ ਦੇ ਨਾਲ। ਅਗਰ ਆਪਾਂ ਟਾਈਮ ਦੀ ਗੱਲ ਕਰੀਏ 4-5 ਘੰਟੇ ਦਾ ਫਰਕ ਪੈ ਗਿਆ, ਉਹ ਵੀ ਬਹੁਤ ਹੁੰਦਾ ਹੈ। ਸੋ ਅਟਲ ਟਨਲ ਜਾਂ ਰੋਹਤਾਂਗ ਟਨਲ ਜੋ ਹੈ ਉਹਨੂੰ ਬਿਲਡ ਕੀਤਾ ਗਿਆ ਕਿੱਥੇ, ਪੀਰ ਪੰਜਲ ਰੇਂਜ ਦੇ ਵਿੱਚ ਹਿਮਾਲਿਆਜ਼ ਦੀ। ਓਕੇ, ਸੋ ਇਹਦੀ ਇੱਕ ਲੋਕੇਸ਼ਨ ਯਾਦ ਰੱਖਿਓ, ਕਿਹੜੇ ਪੁਆਇੰਟਸ ਨੂੰ ਕਨੈਕਟ ਕਰਦੀ ਹੈ ਉਹ ਯਾਦ ਰੱਖਿਓ। ਉਸ ਤੋਂ ਇਲਾਵਾ ਇਹਦੀ ਲੈਂਥ ਕੀ ਹੈ ਉਹ ਯਾਦ ਰੱਖਣੀ ਹੈ। ਸੋ ਨੈਕਸਟ ਕਰੰਟ ਅਫੇਅਰ ਹੈ, ਇੰਡੀਆ ਸਾਈਨਸ $19 ਮਿਲੀਅਨ डिफेंस डील with US to buy spares for C-130J Super Hercules aircraft. The US has approved India's request to buy $90 million worth of equipment, spare parts and logistical support for its fleet of C-130J Super Hercules cargo aircraft. Okay, the Lockheed Martin C-130J Super Hercules is 4-engine ਟਰਬੋਪ੍ਰੋਪ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ। ਬੇਸਿਕਲੀ ਨਾ ਹੁਣ ਇਹਦੇ ਵਿੱਚ ਇੱਕ ਤਾਂ ਇਹ ਆ ਸਕਦਾ ਹੈ ਕਿ ਜਿਹੜਾ C-130J ਸੁਪਰ ਹਰਕੁਲਸ ਏਅਰਕ੍ਰਾਫਟ ਹੈ, ਓਕੇ, ਉਹ ਹੈ ਕੀ ਚੀਜ਼, ਉਹ ਬੇਸਿਕਲੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਠੀਕ ਹੈ, ਇਹਨੂੰ ਕਿਹਨੇ ਬਣਾਇਆ, ਲੋਕਹੀਡ ਮਾਰਟਿਨ ਨੇ, ਤੇ ਜੋ ਇੰਡੀਆ ਹੈ ਉਹ ਇਹਦੇ ਸਪੇਅਰ ਪਾਰਟਸ ਨੂੰ ਖਰੀਦੂਗਾ। ਕਿਹੜੀ ਕੰਟਰੀ ਤੋਂ, US ਤੋਂ। ਸੋ ਨੈਕਸਟ ਕਰੰਟ ਅਫੇਅਰ ਹੈਗਾ ਰਿਗਾਰਡਿੰਗ ਵॉश ਪ੍ਰੋਗਰਾਮ। ਬੇਸਿਕਲੀ ਜੋ ਨਾਬਾਰਡ ਹੈ ਉਹਨੇ ਰੀਫਾਈਨਾਂਸ ਸਕੀਮ ਸਟਾਰਟ ਕੀਤੀ ਹੈ ਵॉश ਪ੍ਰੋਗਰਾਮ ਦੇ ਲਈ। ਓਕੇ, ਇਨ ਅ ਬਿਡ ਟੂ ਪ੍ਰਮੋਟ ਸਸਟੇਨੇਬਲ ਐਂਡ ਹੈਲਥੀ ਲਾਈਫਸਟਾਈਲ ਇਨ ਰੂਰਲ ਏਰੀਆਜ਼। ਰੂਰਲ ਏਰੀਆਜ਼ ਦੇ ਵਿੱਚ ਸਸਟੇਨੇਬਲ ਅਤੇ ਹੈਲਥੀ ਲਾਈਫਸਟਾਈਲ ਨੂੰ ਬੜਾਵਾ ਦੇਣ ਦੇ ਲਈ ਨਾਬਾਰਡ, ਇਹਦੀ ਫੁੱਲ ਫਾਰਮ ਯਾਦ ਰੱਖਿਓ ਕੀ ਹੈ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਉਹਨੇ ਅਨਾਊਂਸ ਕੀਤਾ ਹੈ ਕਿ ਇੱਕ ਸਪੈਸ਼ਲ ਰੀਫਾਈਨਾਂਸ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਊਗੀ ਵॉश ਪ੍ਰੋਗਰਾਮ ਨੂੰ। ਵॉश ਦੀ ਫੁੱਲ ਫਾਰਮ ਕੀ ਹੈ, water sanitation and hygiene program. Okay, an amount of rupees 800 crore has been earmarked for this purpose for the financial year 2021. Okay, NABARD will provide concessional refinance to all eligible financial institutions including commercial banks, regional rural banks and cooperative banks with a repayment period of up to 36 months. बस मेन तुसी वॉश प्रोग्राम ਦੇ ਬਾਰੇ ਯਾਦ ਰੱਖਣਾ ਹੈ ਤੇ ਰੀਫਾਈਨਾਂਸ ਸਕੀਮ ਕਿਨੇ ਲਾਂਚ ਕੀਤੀ ਹੈ, ਨਾਬਾਰਡ ਨੇ, ਇਹ ਯਾਦ ਰੱਖਣਾ ਹੈ। ਉਹ ਤੋਂ ਬਾਅਦ ਨੈਕਸਟ ਹੈ ਰਿਗਾਰਡਿੰਗ ਵਰਡਸ ਟੀਚਰ ਡੇ, ਜੋ ਕਦੋਂ ਮਨਾਉਂਦੇ ਆ, 5 ਅਕਤੂਬਰ ਨੂੰ। ਓਕੇ, ਵਰਡਸ ਟੀਚਰ ਡੇ ਜੋ ਹੈ ਉਹ ਗਲੋਬਲ ਲੈਵਲ 'ਤੇ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਟ ਏਮਸ ਟੂ ਫੋਕਸ ਔਨ ਐਪਰੀਸ਼ੀਏਟਿੰਗ, ਅਸੈਸਿੰਗ ਐਂਡ ਇੰਪਰੂਵਿੰਗ ਦ ਐਜੂਕੇਟਰਸ ਆਫ ਦ ਵਰਲਡ ਐਂਡ ਟੂ ਪ੍ਰੋਵਾਈਡ ਐਨ ਓਪਰਚੁਨਿਟੀ ਟੂ ਕੰਸੀਡਰ ਇਸ਼ੂਜ਼ ਰਿਲੇਟਿਡ ਟੂ ਟੀਚਰਸ ਐਂਡ ਟੀਚਿੰਗ। ਇੰਟਰਨੈਸ਼ਨਲ ਟੀਚਰ ਡੇ ਜੋ ਹੈ ਉਹਨੂੰ ਸੈਲੀਬ੍ਰੇਟ ਕਿਹਦੇ ਦੁਆਰਾ ਕੀਤਾ ਜਾਂਦਾ ਹੈ, ਯੂਨੈਸਕੋ ਇਨ ਪਾਰਟਨਰਸ਼ਿਪ ਵਿਦ ਯੂਨੀਸੈਫ, ਦੈਟ ਇਜ਼ ਯੂਨਾਈਟਿਡ ਨੇਸ਼ਨ ਚਿਲਡਰਨ ਫੰਡ, ਓਕੇ, ILO, that is International Labour Organization and Education International। ਅਗਰ ਆਪਾਂ ਥੀਮ ਦੀ ਗੱਲ ਕਰੀਏ ਤਾਂ ਇਸ ਸਾਲ ਦਾ ਥੀਮ ਕੀ ਹੈ, ਟੀਚਰਸ ਲੀਡਿੰਗ ਇਨ ਕ੍ਰਾਈਸਿਸ ਰੀਇਮੈਜਿਨਿੰਗ ਦ ਫਿਊਚਰ। ਥੀਮ ਯਾਦ ਰੱਖਿਓ, ਕਦੋਂ ਮਨਾਉਂਦੇ ਆ ਇਹ ਯਾਦ ਰੱਖਿਓ, ਅਤੇ ਕਿਹਦੇ ਦੁਆਰਾ ਮਨਾਇਆ ਜਾਂਦਾ ਉਹ ਯਾਦ ਰੱਖਿਓ। ਓਕੇ, ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ, ਇੰਡੀਆ ਨੇ ਸਕਸੈਸਫੁਲੀ ਟੈਸਟ ਫਾਇਰ ਕੀਤਾ ਹੈ ਨਿਊਕਲੀਅਰ ਕੈਪੇਬਲ ਸ਼ੌਰਯ ਮਿਸਾਈਲ ਦੇ ਨਿਊ version ਦਾ। In a major success amid the ongoing border crisis with China, India successfully test fired a new version of nuclear capable Shaurya missile off the coast of Odisha, which can strike targets at around 800 kilometers। ਇਹਦੀ ਰੇਂਜ ਕਿੰਨੀ ਹੈ, 800 kilometers। ਕਿੱਥੇ ਇਹਨੂੰ ਟੈਸਟ ਕੀਤਾ ਗਿਆ ਹੈ, ਓਡੀਸ਼ਾ ਦੇ ਵਿੱਚ। ਠੀਕ ਹੈ, ਆਫ ਕੋਸਟ ਆਫ ਓਡੀਸ਼ਾ। The missile would be lighter and easier to operate in comparison with the existing missile। In the last phase, while moving close to its target, the missile moves at hypersonic speed। ਠੀਕ ਹੈ, ਜਦੋਂ ਇਹ ਮਿਸਾਈਲ ਆਪਣੇ ਟਾਰਗੇਟ ਦੀ ਔਰ ਜਾਊਗੀ ਲਾਸਟ ਫੇਜ਼ ਦੇ ਦੌਰਾਨ ਤਾਂ ਇਹ ਹਾਈਪਰਸੋਨਿਕ ਸਪੀਡ 'ਤੇ ਜਾਊਗੀ। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ, ਸੋਫੀਆ ਵਰਗਰਾ ਨੇ ਟੌਪ ਕੀਤਾ ਹੈ ਫੋਰਬਸ ਹਾਈਐਸਟ ਪੇਡ ਐਕਟਰੈਸ ਆਫ 2020। ਕਈ ਵਾਰ ਐਸੇ ਕੁਐਸਚਨਸ ਵੀ ਆ ਜਾਂਦੇ ਐਗਜ਼ਾਮ 'ਚ, ਯਾਦ ਰੱਖਿਓ। ਅਕੋਰਡਿੰਗ ਟੂ ਫੋਰਬਸ ਲੇਟੈਸਟ ਲਿਸਟ, ਸੋਫੀਆ ਵਰਗਰਾ is the highest paid female actor in the world। She made $43 million in 1 year period, which is equivalent to 315 crores। According to Forbes, most of the Vergara's earning came from Modern Family and America's Got Talent, which she padded up with the endorsement deals। ਬਸ ਇਹਦੇ ਵਿੱਚ ਇੰਨਾ ਕੁਝ ਇਨਫੋਰਮੇਸ਼ਨ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਮੇਨ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ ਜਿਹੜੀ ਫੋਰਬਸ ਹਾਈਐਸਟ ਪੇਡ ਐਕਟਰੈਸ ਹੈ 2020 ਉਹ ਕੌਣ ਹੈ, ਸੋਫੀਆ ਵਰਗਰ। ਸੋ ਨੈਕਸਟ ਕਰੰਟ ਅਫੇਅਰ ਹੈ,
ਇੰਡੀਆ ਮਿਆਂਮਾਰ ਐਗਰੀ ਟੂ ਆਪਰੇਸ਼ਨਲਾਈਜ਼ ਸਿਤਵੇ ਪੋਰਟ ਇਨ ਫਸਟ ਕੁਆਟਰ ਆਫ 2021। ਹੁਣ ਦੇਖੋ ਇਹਦੇ ਵਿੱਚ ਕਿਹੜੇ ਪੋਰਟ ਦਾ ਨਾਮ ਆ ਰਿਹਾ, ਸਿਤਵੇ ਪੋਰਟ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਹੈ ਕਿ ਇਹ ਕਿਹੜੀ ਕੰਟਰੀ ਦੇ ਵਿੱਚ ਹੈ। ਸੋ ਅਗਰ ਤੁਸੀਂ ਇਹ ਮੈਪ ਦੇਖੋ ਤਾਂ ਸਿਤਵੇ ਪੋਰਟ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੋਊਗਾ ਅਤੇ ਕਿੱਥੇ ਹੈ, ਮਿਆਂਮਾਰ ਦੇ ਵਿੱਚ। ਓਕੇ, ਸੋ ਕਿਹੜੀ ਦੋ ਕੰਟਰੀਜ਼ ਨੇ ਇਹਦੇ ਉੱਪਰ ਐਗਰੀਮੈਂਟ ਕੀਤਾ ਇਹਨੂੰ ਆਪਰੇਸ਼ਨਲਾਈਜ਼ ਕਰਨ ਦਾ, ਇੰਡੀਆ ਅਤੇ ਮਿਆਂਮਾਰ। India and Myanmar have agreed to work towards operationalization of Sitwe port in Rakhine state in the first quarter of 2021। ਤੇ ਨਾਲ ਹੀ ਇਹਦੇ ਵਿੱਚ ਇੰਡੀਆ ਨੇ ਇਹ ਵੀ ਅਨਾਊਂਸ ਕੀਤਾ ਹੈ ਕਿ $2 ਮਿਲੀਅਨ ਦੀ ਗ੍ਰਾਂਟ ਦਿੱਤੀ ਜਾਊਗੀ ਇੰਡੀਆ ਦੇ ਦੁਆਰਾ ਫॉर ਕੰਸਟਰਕਸ਼ਨ ਆਫ ਬਾਰਡਰ ਹਟ ਬ੍ਰਿਜ, ਕਿੱਥੇ, ਐਟ ਬੈਨੂ ਜਾਂ ਫਿਰ ਸਰਸੀਚਕ ਜੋ ਕਿ ਚੀਨ ਸਟੇਟ 'ਚ ਹੈ। ਦੈਟ ਵਿਲ ਪ੍ਰੋਵਾਈਡ ਇਨਕਰੀਜ਼ ਇਕਨੋਮਿਕ ਕਨੈਕਟੀਵਿਟੀ ਬਿਟਵੀਨ ਮਿਜ਼ੋਰਮ ਐਂਡ ਮਿਆਂਮਾਰ। ਓਕੇ, ਸੋ ਸਿਤਵੇ ਪੋਰਟ ਦਾ ਤੁਸੀਂ ਜ਼ਰੂਰ ਯਾਦ ਰੱਖਿਓ ਕਿਹੜੀ ਦੋ ਕੰਟਰੀਜ਼ ਰਿਲੇਟਿਡ ਹੈ ਇਹਦੇ ਨਾਲ, ਇੰਡੀਆ ਅਤੇ ਮਿਆਂਮਾਰ ਦੇ ਵਿੱਚ ਐਗਰੀਮੈਂਟ ਹੋਇਆ ਕਿ ਇਹਨੂੰ ਆਪਰੇਸ਼ਨਲਾਈਜ਼ ਕੀਤਾ ਜਾਊਗਾ। ਅਤੇ ਨਾਲ ਹੀ ਸਿਤਵੇ ਪੋਰਟ ਦੀ ਗੱਲ ਕਰੀਏ ਤਾਂ ਕਿੱਥੇ ਹੈ, ਮਿਆਂਮਾਰ ਦੇ ਵਿੱਚ। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਵੀ ਕਾਫੀ ਇੰਪੋਰਟੈਂਟ ਹੈ, ਇਹ ਹੈਗਾ ਰਿਲੇਟਿਡ ਟੂ ਕੁਆਡ। ਸੋ ਕੁਆਡ ਫੋਰਨ ਮਿਨਿਸਟਰਸ ਜੋ ਹੈ ਉਹਨਾਂ ਦੀ ਮੀਟਿੰਗ ਹੋਈ, ਕਿੱਥੇ ਹੋਈ, ਟੋਕਿਓ ਦੇ ਵਿੱਚ। ਇਹ ਵੀ ਜਗ੍ਹਾ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਹੁਣ ਦੇਖੋ ਅਗਰ ਆਪਾਂ ਕੁਆਡ ਕੰਟਰੀਜ਼ ਦੀ ਗੱਲ ਕਰੀਏ, ਇਹ ਬਹੁਤ ਵਾਰ ਪੇਪਰ 'ਚ ਕੁਐਸਚਨ ਦੇਖਣ ਨੂੰ ਮਿਲਦਾ ਹੈ। ਤਾਂ ਇਹਦੇ ਵਿੱਚ ਬੇਸਿਕਲੀ 4 ਕੰਟਰੀਜ਼ ਹੈ ਅਗਰ ਆਪਾਂ ਕੁਆਡ ਦੀ ਗੱਲ ਕਰੀਏ। ਕਿਹੜੀ ਕਿਹੜੀ ਹੈ, ਇੰਡੀਆ, USA, ਦੈਨ ਜਾਪਾਨ ਐਂਡ ਨੈਕਸਟ ਇਜ਼ ਆਸਟ੍ਰੇਲੀਆ। ਓਕੇ, ਸੋ ਇੱਥੇ ਤੁਸੀਂ ਦੇਖ ਸਕਦੇ ਹੋ ਆ ਕੁਆਡ ਬਣ ਰਿਹਾ ਨਾ, ਕੁਆਡੀਲੇਟਰ, ਠੀਕ ਹੈ। ਸੋ ਇੱਕ ਕੁਆਡੀਲੇਟਰ ਬਣ ਰਿਹਾ ਅਤੇ ਕਿਹੜੀ 4 ਕੰਟਰੀਜ਼ ਇਹਨੂੰ ਮਿਲ ਕੇ ਫਾਰਮ ਕਰ ਰਹੀਆਂ ਨੇ, ਇੰਡੀਆ, USA, ਜਾਪਾਨ ਐਂਡ ਆਸਟ੍ਰੇਲੀਆ। ਸੋ ਇਹਨਾਂ ਦੀ ਮੀਟਿੰਗ, ਇਹਨਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਕਿੱਥੇ ਹੋਈ ਸੀ, ਟੋਕਿਓ ਦੇ ਵਿੱਚ। ਕੁਆਡ ਕੰਟਰੀਜ਼ ਫੋਰਨ ਮਿਨਿਸਟਰਸ ਮੀਟ ਹੈਲਡ ਇਨ ਟੋਕਿਓ, ਦੈਟ ਇਜ਼ ਜਾਪਾਨ। Okay, all the 4 Quad countries, the United States, Japan, India, Australia, to hold bilateral discussions over free and open Indo-Pacific, that is FOIP initiative amid the coronavirus pandemic. This is second Quad FM meeting ਜਿਹੜੀ first ਸੀ ਉਹ 2019 ਦੇ ਵਿੱਚ ਹੋਈ ਸੀ, second ਹੈ। They discuss the post-COVID-19 international order and the need for coordinating response to the various challenges emerging from the pandemic। ਬਸ ਮੇਨ ਯਾਦ ਰੱਖਣਾ ਹੈ ਕਿ ਕੁਆਡ ਦੀ ਮੀਟਿੰਗ ਹੋਈ ਕਿੱਥੇ, ਜਾਪਾਨ ਦੇ ਟੋਕਿਓ ਦੇ ਵਿੱਚ। ਅਤੇ ਨਾਲ ਹੀ ਕਿਹੜੀ ਕੰਟਰੀਜ਼ ਹਨ ਜੋ ਕਿ ਕੁਆਡ ਫਾਰਮ ਕਰਦੀਆਂ ਨੇ, ਉਹ 4 ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਨੈਕਸਟ ਦੇਖੋ, ਇੰਡੀਆ ਸਕਸੈਸਫੁਲੀ ਟੈਸਟਸ ਸੁਪਰਸੋਨਿਕ ਮਿਸਾਈਲ ਅਸਿਸਟਿਡ ਰਿਲੀਜ਼ ਆਫ ਟੋਰਪੀਡੋ, ਦੈਟ ਇਜ਼ ਸਮਾਰਟ। ਸੋ ਸਮਾਰਟ ਜਿਹਦੀ ਫੁੱਲ ਫਾਰਮ ਕੀ ਹੈ, ਸੁਪਰਸੋਨਿਕ ਮਿਸਾਈਲ ਅਸਿਸਟਿਡ ਰਿਲੀਜ਼ ਆਫ ਟੋਰਪੀਡੋ, ਉਹਨੂੰ ਸਕਸੈਸਫੁਲੀ ਟੈਸਟ ਫਾਇਰ ਕੀਤਾ ਗਿਆ ਕਿੱਥੋਂ, ਉੜੀਸਾ ਦੇ ਵੀਲਰ ਆਈਲੈਂਡ ਤੋਂ। All the mission objectives including mission flight up to the range and altitude separation of the nose cone, release of torpedo, deployment of velocity reduction mechanism have been met perfectly. SMART is a missile assisted release of lightweight anti-submarine torpedo system for anti-submarine warfare or ASW operation far beyond torpedo range। अगर आप SMART ਦੀ ਗੱਲ ਕਰੀਏ ਤਾਂ ਕੀ ਹੈ, ਇੱਕ ਮਿਸਾਈਲ ਅਸਿਸਟਿਡ ਰਿਲੀਜ਼ ਹੈ ਕਾਹਦਾ, ਲਾਈਟਵੇਟ ਐਂਟੀ ਸਬਮਰੀਨ ਟੋਰਪੀਡੋ ਸਿਸਟਮ ਦਾ, ਕਾਹਦੇ ਲਈ, ਫॉर ਐਂਟੀ ਸਬਮਰੀਨ ਵਾਰਫੇਅਰ ਜਾਂ ਆਪਾਂ ਨੂੰ ASW ਆਪਰੇਸ਼ਨਸ ਵੀ ਬੋਲਦੇ ਹਾਂ, ਜੋ ਕਿਤੋਂ ਬਾਹਰ ਹੋਣ ਟੋਰਪੀਡੋ ਰੇਂਜ 'ਤੇ। ਓਕੇ, ਬਸ ਮੇਨ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿਹੜਾ ਸਮਾਰਟ ਹੈ, ਠੀਕ ਹੈ, ਇਹਨੂੰ ਸਕਸੈਸਫੁਲੀ ਟੈਸਟ ਫਾਈਟ ਕਿੱਥੋਂ ਕੀਤਾ ਗਿਆ, ਵੀਲਰ ਆਈਲੈਂਡ ਜੋ ਕਿ ਆਫ ਕੋਸਟ ਹੈ ਉੜੀਸਾ ਦੇ। ਸੋ ਨੈਕਸਟ ਕਰੰਟ ਅਫੇਅਰ ਹੈ, CDAC ਟੂ ਕਮਿਸ਼ਨ ਇੰਡੀਆਜ਼ ਫਾਸਟੈਸਟ supercomputer, that is Param Siddhi AI। Okay, the Center for Development of Advanced Computing, that is CDAC, will be commissioning India's largest HPC AI supercomputer ਜਿਹਦਾ ਨਾਮ ਕੀ ਹੈ, Param Siddhi AI। This initiative will place India among the top countries in global AI supercomputing research and innovation। This high performance computing artificial intelligence supercomputer is a machine with 210 AI petaflops, that is 6.5 petaflop per DP। ਓਕੇ, ਸੋ ਮੇਨ ਤੁਹਾਨੂੰ ਇਸ 'ਚ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਉਹਦਾ ਨਾਮ ਕੀ ਹੈ, ਪਰਮ ਸਿੱਧੀ AI। ਓਕੇ, ਉਹ ਤੋਂ ਬਾਅਦ ਅੱਜ ਦਾ ਲਾਸਟ ਕਰੰਟ ਅਫੇਅਰ ਹੈ, ਰਸ਼ੀਆ ਸਕਸੈਸਫੁਲੀ ਟੈਸਟ ਕਰੂਗਾ ਨਿਊ ਹਾਈਪਰਸੋਨਿਕ ਸਿਰਕਨ ਮਿਸਾਈਲ ਨੂੰ।
ਸਿੱਧਾ ਪੇਪਰ 'ਚ ਆ ਸਕਦਾ ਹੈ ਕਿ ਕਿਹੜੀ ਐਸੀ ਕੰਟਰੀ ਹੈ ਜਿਨ੍ਹਾਂ ਨੇ ਰੀਸੈਂਟਲੀ ਸਿਰਕॉन ਮਿਸਾਈਲ ਨੂੰ ਟੈਸਟ ਫਾਇਰ ਕੀਤਾ ਹੈ? ਰਸ਼ੀਆ ਸੇਜ਼ ਇਟ ਹੈਜ਼ ਸਕਸੈਸਫੁਲੀ ਟੈਸਟ ਫਾਇਰ ਅ ਨਿਊ ਹਾਈਪਰਸੋਨਿਕ ਐਂਟੀਸ਼ਿਪ ਕ੍ਰੂਜ਼ ਮਿਸਾਈਲ। ਤੇ ਇਹ ਵੀ ਯਾਦ ਰੱਖਿਓ ਕਿ ਜਿਹੜੀ ਮਿਸਾਈਲ ਹੈ ਉਹ ਹਾਈਪਰਸੋਨਿਕ ਐਂਟੀਸ਼ਿਪ ਕ੍ਰੂਜ਼ ਮਿਸਾਈਲ, ਕਈ ਵਾਰ ਪੁੱਛ ਲੈਂਦੇ ਆ। ਇਨ ਸਿਰਕॉन hypersonic cruise missile. The Zircon test comes amid tensions over arms control between Russia and United States. The strike was carried out from the Admiral Gorshkovok vessel, which was located in the White Sea in northern Russia. The missile hit its target at distance of 450 kilometers in 4.5 minutes after reaching hypersonic speed of more than Mach 8. बस नाम ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਮਿਸਾਈਲ ਹੈ, ਜ਼ਿਆਦਾ ਇਨਫੋਰਮੇਸ਼ਨ ਇਹਦੇ ਬਾਰੇ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਕਿਹੜੀ ਕੰਟਰੀ ਨੇ ਇਹਨੂੰ ਟੈਸਟ ਫਾਇਰ ਕੀਤਾ? ਰਸ਼ੀਆ ਨੇ, ਬਿਕੋਜ਼ ਰਸ਼ੀਆ ਅਤੇ ਯੂ ਐਸ ਦੇ ਵਿੱਚ ਕੁਝ ਟੈਂਸ਼ਨਸ ਚੱਲ ਰਹੀਆਂ, ਉਹਦੇ ਚੱਲਦੇ ਇਹਨਾਂ ਨੇ ਇਹਨੂੰ ਟੈਸਟ ਫਾਇਰ ਕੀਤਾ। ਓਕੇ, ਅਤੇ ਹੈ ਕੀ ਚੀਜ਼? ਇਹ ਹਾਈਪਰਸੋਨਿਕ ਐਂਟੀਸ਼ਿਪ ਕਰੂਜ਼ ਮਿਸਾਈਲ। ਸੋ ਹੁਣ ਆਨਸਰਸ ਡਿਸਕਸ ਕਰਨ ਤੋਂ ਪਹਿਲਾਂ MCQs ਦੇ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗੀ ਕਿ ਤੁਸੀਂ ਪਹਿਲਾਂ ਖੁਦ ਦੇ ਆਨਸਰਸ ਦੇਖੋ, 10 ਦੇ 10 ਕੁਐਸਚਨਸ ਦੇ ਕਿ ਤੁਹਾਨੂੰ ਕਿੰਨਾ ਕੁ ਯਾਦ ਰਿਹਾ ਵੀਡੀਓ ਦੇਖਣ ਤੋਂ ਬਾਅਦ। ਓਕੇ, ਫਿਰ ਇਹਦੇ ਆਨਸਰਸ ਤੁਸੀਂ ਦੇਖਿਓ। ਸੋ ਪਹਿਲਾ ਕੁਐਸਚਨ ਹੈ ਕਿ ਕਿਹੜੀ ਐਸੀ ਰੇਲਵੇ ਜ਼ੋਨ ਹੈ ਇੰਡੀਅਨ ਰੇਲਵੇਜ਼ ਦੀ ਜਿਨ੍ਹਾਂ ਨੇ ਆਪਰੇਸ਼ਨ ਮਾਈ ਸਹੇਲੀ ਨੂੰ ਲਾਂਚ ਕੀਤਾ ਤਾਂ ਕਿ ਜਿਹੜੀ ਲੇਡੀ ਪੈਸੇਂਜਰਸ ਉਹਨਾਂ ਦੀ ਸੇਫਟੀ ਕੀਤੀ ਜਾ ਸਕੇ। ਸੋ ਇਹਦਾ ਆਨਸਰ ਕੀ ਹੋਊਗਾ? ਏ, ਦੈਟ ਇਜ਼ ਸਾਊਥ ਈਸਟਰਨ ਰੇਲਵੇ। ਓਕੇ, ਸੋ ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਬੈਂਕ ਹੈਜ਼ ਲਾਂਚ ਅ ਗ੍ਰੀਨ ਇਨੀਸ਼ੀਏਟਿਵ IBE ਨੋਟ ਜਿਹੜਾ ਇਨੇਬਲ ਕਰਦਾ ਟੋਟਲੀ ਪੇਪਰਲੈਸ ਵਰਕਿੰਗ ਇਨਵਾਇਰਮੈਂਟ ਨੂੰ। ਸੋ ਕਿਹੜੇ ਬੈਂਕ ਨੇ ਲਾਂਚ ਕੀਤਾ? ਇਹ ਵੀ ਮੈਂ ਤੁਹਾਨੂੰ ਦੱਸਿਆ ਸੀ, ਡੀ, ਦੈਟ ਇਜ਼ ਇੰਡੀਅਨ ਬੈਂਕ। ਥਰਡ ਹੈ which of the following country will send out world's first mining robot into space by November this year? ਇਹਦਾ ਆਨਸਰ ਕੀ ਆਏਗਾ? ਡੀ, that is China. ਨੈਕਸਟ ਹੈ ਲੈਂਥ ਦੱਸੋ ਵਰਲਡ ਦੇ ਲੌਂਗੈਸਟ ਹਾਈਵੇ ਟਰਨਲ ਜਿਹਦਾ ਨਾਮ ਕੀ ਹੈ? ਅਟਲ ਟਰਨਲ। ਸੋ ਕਿੰਨੀ ਲੈਂਥ ਹੈ ਉਹਦੀ? 7.32, 7.82, 8.22 ਜਾਂ 9.02? ਇਹਦਾ ਆਨਸਰ ਆਏਗਾ ਡੀ। ਨੈਕਸਟ ਕੁਐਸਚਨ ਹੈ which of the following city has been ranked number 1 in crime against women according to NCRB? ਸੋ ਕਿਹੜੀ ਹੈ? ਇਹਦਾ ਆਨਸਰ ਆਊਗਾ C, that is ਦਿੱਲੀ। ਸੈਕਿੰਡ ਨੰਬਰ 'ਤੇ ਕਿਹਦਾ ਰੈਂਕ ਸੀ? ਮੁੰਬਈ ਦਾ। ਓਕੇ, ਦੈਨ ਨੈਕਸਟ ਹੈ which of the following organization has decided to launch a refinance scheme for water sanitization and hygiene, that is WASH program? ਸੋ ਇਹਨਾਂ ਵਿੱਚੋਂ ਐਸੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਕਿ ਡਿਸਾਈਡ ਕੀਤਾ ਹੈ ਕਿ ਉਹ ਰੀਫਾਈਨਾਂਸ ਸਕੀਮ ਨੂੰ ਲਾਂਚ ਕਰਨਗੇ ਵਾਸ਼ ਪ੍ਰੋਗਰਾਮ ਦੇ ਲਈ? ਸੋ ਇਹਦਾ ਆਨਸਰ ਕੀ ਆਏਗਾ? ਸੀ, ਦੈਟ ਇਜ਼ ਨਬਾਰਡ। ਉਹ ਤੋਂ ਬਾਅਦ ਨੈਕਸਟ ਹੈ ਵਰਲਡਸ ਟੀਚਰ ਡੇ ਕਦੋਂ ਮਨਾਉਂਦੇ ਹੈ? 5 ਅਕਤੂਬਰ ਨੂੰ। ਓਕੇ, ਆਈ ਥਿੰਕ ਤੁਹਾਨੂੰ ਯਾਦ ਹੋ ਗਿਆ ਹੋਊਗਾ। ਦੈਨ ਨੈਕਸਟ ਹੈ ਇੰਡੀਆ ਨੇ ਰੀਸੈਂਟਲੀ ਐਗਰੀ ਕੀਤਾ ਹੈ ਕਿ ਆਪਰੇਸ਼ਨਲਾਈਜੇਸ਼ਨ ਕਰਨਗੇ ਸਿਤਵੇ ਪੋਰਟ ਦੀ, ਜਿਹੜਾ ਕਿ ਕਿੱਥੇ ਹੈ? ਤੁਹਾਨੂੰ ਦੱਸਿਆ ਸੀ ਸਿਤਵੇ ਪੋਰਟ ਬਾਰੇ, ਯਾਦ ਰੱਖਿਓ ਕਿੱਥੇ ਹੈ? ਸੀ, ਦੈਟ ਇਜ਼ ਮਿਆਂਮਾਰ। ਉਹ ਤੋਂ ਬਾਅਦ ਨੈਕਸਟ ਹੈ ਇਨ ਅਕਤੂਬਰ 2020 ਜਿਹੜੇ ਫੋਰਨ ਮਿਨਿਸਟਰਸ ਨੇ ਕੁਆਡ, ਦੈਟ ਇਜ਼ ਇੰਡੀਆ, USA, ਜਾਪਾਨ, ਆਸਟ੍ਰੇਲੀਆ, ਉਹ ਕਿੱਥੇ ਮੀਟ ਕੀਤਾ ਉਹਨਾਂ ਨੇ? ਠੀਕ ਹੈ, ਬੀ, ਜਾਪਾਨ ਦੇ ਟੋਕਿਓ ਦੇ। ਸੋ ਨੈਕਸਟ ਹੈ CDAC ਕਮਿਸ਼ਨ ਕਰੂ ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਜਿਹਦਾ ਨਾਮ ਕੀ ਹੈ? ਏ, ਦੈਟ ਇਜ਼ ਪਰਮ ਸਿੱਧੀ AI। ਓਕੇ, ਸੋ ਆਈ ਹੋਪ ਅੱਜ ਆਪਾਂ ਜਿਹੜੇ ਵੀ ਕਰੰਟ ਅਫੇਅਰਸ ਡਿਸਕਸ ਕੀਤੇ ਅਤੇ ਜਿਹੜੇ MCQs ਡਿਸਕਸ ਕੀਤੇ ਤੁਹਾਨੂੰ ਸਾਰੇ ਸਮਝ ਲੱਗ ਗਏ ਹੋਣਗੇ। ਇਹ ਪਾਰਟ 1 ਹੈ ਅਕਤੂਬਰ ਦੇ ਕਰੰਟ ਅਫੇਅਰਸ ਦਾ। ਨੈਕਸਟ ਪਾਰਟ ਦੀ ਵੀਡੀਓ ਵੀ ਜਲਦੀ ਹੀ ਅਪਲੋਡ ਕੀਤੀ ਜਾਊਗੀ। ਓਕੇ, ਸੋ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ, ਥੈਂਕ ਯੂ ਸੋ ਮਚ ਫॉर ਵਾਚਿੰਗ।